दयाला तेरी ओट पूरन गोपाल कर कृपा प्रभु दीन दयाला तेरी ओट पूरन गोपाल कर कृपा प्रभु दीन दयाला तेरी ओट पूरन गोपाला कर कृपा 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 दीन दयाला तेरी ओट पूरन गोपाला तेरी ओट पूरन गोपाला अंतर्जामी सो प्रभु पूरा अंतर्जामी सो प्रभु पूरा दान दे साधु की पूरा दान दे साधु की कर कृपा प्रभु दीन दयाला तेरी ओट पूरन गोपाल कर कृपा प्रभु दीन दयाला तेरी ओट पूरन गोपाल तेरी ओट पूरन गोपाल जल थल महीयल रहया पर पूरे जल थल महीयल रहया पर पूरे निकट बसै नाही प्रभु दूरे निकट बसै नाही प्रभु
ਜਿਸਨੂੰ ਨਦਰ ਕਰੇ ਸੋਤਿਆ। ਆਠ ਪਹਿਰ ਹਰ ਕੇ ਗੁਣ ਗਾਏ, हर के गुण गाए। जी जन सगले प्रतिपाले, शरण 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 पਰਿਓ ਨਾਨਕ, शरण पਰਿਓ पਰਿਓ, शरण पਰਿਓ ਨਾਨਕ ਹਰ ਵਾਰ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਤੇਰੀ ਓਟ ਪੂਰਨ ਗੋਪਾਲਾ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਤੇਰੀ ਓਟ ਪੂਰਨ ਗੋਪਾਲਾ, ਤੇਰੀ ਓਟ ਪੂਰਨ ਗੋਪਾਲਾ, तेरी ओट पूरन गोपाला, पूरन गोपाला, पूरन गोपाला। वाहिगुरू गुरु जी साधुआं दा संग करके भले ही भले दिन आए, साधुआं दा संग करके भले ही भले दिन आए, साधुआं दा संग करके भले ही भले दिन आए, साधुआं दा संग करके भले भले दिन आए, साधुआं दा संग करके भले ही भले दिन आए, साधुआं दा संग करके भले ही भले दिन आए, साधुआं दा संग करके भले ही भले दिन आए, साधुआं दा संग करके भले भले दिन आए, भले ही 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 भले दिन आए, साधुआं दा संग करके भले ही भले दिन आए, साधुआं दा संग करके भले ही भले दिन आए, साधुआं दा संग करके भले ही भले दिन आए, साधुआं दा संग करके भले ही भले दिन आए, फिर भले ही भले दिन आए,
भले दिन आए, भले ही भले दिन आए, भले ही भले दिन आए, भले ही भले दिन आए। साधुआं दा संग करके भले ही भले दिन आए, साधुआं दा संग करके भले ही भले दिन आए, साधुआं दा संग करके भले ही भले दिन आए जी। साधुआं दा संग करके भले ही भले दिन आए। कल भी बेनती की सी आप जियां दे चरनां च, बाबा जी क्या करदे, ਅੰਮ੍ਰਿਤਸਰ ਤੋਂ ਪ੍ਰੇਮੀ ਆਇਆ ਧੰਨ ਬਾਬਾ ਕੁੰਦਨ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜੀ ਕਿੱਥੋਂ ਆਏ ਹੋ, ਬੇਨਤੀ ਕੀਤੀ ਜੀ ਅੰਮ੍ਰਿਤਸਰ ਸਾਹਿਬ ਤੋਂ ਆਏ, ਡਲੇ ਕਟਾਰੇ ਅੰਮ੍ਰਿਤਸਰ ਸਾਹਿਬ ਤੋਂ ਆਏ। महाराज बाबा जी कहन लगे इत्थे किवें, कहंदे महाराज आप जी दे दर्शन करने वास्ते। बाबा जी कहन लगे गुरु रामदास जी दी नगरी नूं छड्ड के, गुरु रामदास महाराज जी दा एडा वड्डा दर छड्ड के जिथे झोलियां भरदियां, तुसीं ओह नगरी छड्ड के गुरु रामदास नूं छड्ड के इत्थे की करना है, उत्थे जाओ। ਉਹ ਵੀ ਅੱਗੋਂ ਪੜ੍ਹੇ ਸਨ, ਸੰਗ ਕਰਦੇ ਸਨ ਮਹਾਂਪੁਰਖਾਂ ਦਾ। ਕਹਿਣ ਲੱਗੇ ਮਹਾਰਾਜ ਕਰੀਏ ਕੀ ਜੇ ਗੁਰੂ ਰਾਮਦਾਸ ਮਹਾਰਾਜ ਜੀ ਕੋਲ ਜਾਂਦੇ ਆ। ਉਹ ਕਹਿੰਦੇ ਜੇ ਕੁਝ ਪ੍ਰਾਪਤ ਕਰਨਾ ਤੇ ਮੇਰੇ ਸਾਜੇ ਨਵਾਜੇ ਹੋਏ ਮਹਾਂਪੁਰਖਾਂ ਕੋਲ ਜਾਓ। ਇਹ ਪੜ੍ਹਿਆ ਹੋਇਆ ਗੱਲ ਕਰ ਸਕਦਾ, ਐਵੇਂ ਵੀ ਇਹ ਡਿਗਰੀਆਂ ਵਾਲਾ ਨਹੀਂ ਗੱਲ ਕਰ ਸਕਦਾ, ਉਹ ਪੜ੍ਹਾਈ ਦੀ ਗੱਲ ਨਹੀਂ ਮੈਂ ਕਰਦਾ। ਇਹ ਜਿਹੜਾ ਆਣ ਕੇ ਪੜ੍ਹਦਾ ਇੱਥੇ, ਜਿਹੜਾ ਸੰਗਤ ਕਰਦਾ, ਸਾਧੂਆਂ ਦੀ ਸੰਗਤ ਦੇ ਵਿੱਚ ਜਿਹੜਾ ਰਹਿੰਦਾ, ਚੰਗੇ ਸੰਗ ਦੇ ਵਿੱਚ ਰਹਿੰਦਾ, ਚੰਗੇ ਸੰਗ ਦੇ ਨਾਲ ਹੀ ਬੰਦਾ ਤਰ ਜਾਂਦਾ ਹੈ। ਜਿਨ੍ਹਾਂ ਨੇ ਉਹ ਪੜ੍ਹਾਈ ਪੜ੍ਹੀ ਹੈ ਉਹ ਮਹਾਂਪੁਰਖ ਦੀ ਰਮਜ ਨੂੰ ਸਮਝ ਸਕਦਾ ਹੈ। ਬਾਬਾ ਜੀ ਦੇ ਇਸ਼ਾਰੇ ਨੂੰ ਸਮਝਦਿਆਂ ਹੋਇਆਂ ਹੀ ਪ੍ਰੇਮ ਪਿਆਰ ਦੇ ਵਿੱਚ ਬੇਨਤੀ ਰੂਪ 'ਚ ਉੱਤਰ ਦਿੱਤਾ, ਗਰੀਬ ਨੂੰ ਅੱਜ ਕੀ ਕਰੀਏ। ਜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾਂਦੇ ਹਾਂ ਤੇ ਉਹ ਕਹਿੰਦੇ ਸਾਧੂਆਂ ਕੋਲ ਜਾਓ, ਜੇ ਤੁਹਾਡੇ ਕੋਲ ਆਏ ਆ ਤੁਸੀਂ ਕਹਿੰਦੇ ਗੁਰੂ ਰਾਮਦਾਸ ਜੀ ਕੋਲ ਜਾਓ। ਇੱਥੋਂ ਸੇਧ ਲੈ ਲੈਣੀ ਚਾਹੀਦੀ ਹੈ ਜਿਹੜੇ ਪੜ੍ਹੇ ਨੇ, ਜਿਨ੍ਹਾਂ ਨੇ ਉਹ ਸਫ਼ਰ ਤੈਅ ਕੀਤਾ, ਜਿਹੜੇ ਪਹੁੰਚ ਗਏ ਉੱਥੇ, ਜਿਹੜੇ ਉਸ ਮੰਜ਼ਲਾਂ ਨੂੰ ਤੈਅ ਕਰ ਗਏ, ਜਿਨ੍ਹਾਂ ਨੇ ਇਹ ਪੜ੍ਹਾਈ ਪੜ੍ਹੀ ਹੈ ਗੁਰੂ ਨਾਨਕ ਦੇ ਸਕੂਲ ਦੇ ਵਿੱਚ ਆ ਕੇ, ਜਿਨ੍ਹਾਂ ਨੂੰ ਇਹ ਪਤਾ, ਇੱਕ ਵਾਰੀ ਪੜ੍ਹ ਲਓ ਸਾਰੇ। ਸਤ ਸੰਗਤ ਮਿਲੇ, ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਬੋਲੋ ਸਤ ਸੰਗਤ, ਮਿਲ ਕੇ ਬੋਲੋ ਜੀ। ਸਤ ਸੰਗਤ ਮਿਲੇ, ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ,
ਸਤ ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ। ਮਿਲ ਕੇ ਬੋਲਿਆ ਕਰੋ ਮੇਰੇ ਮਾਧੋ। ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਬੋਲੋ ਮੇਰੇ ਮਾਧੋ, ਬੋਲੋ ਮੇਰੇ ਆਹਾ ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਵਾਹ ਵਾਹ ਸਤ ਜਿਹੜਾ ਸਤ ਸੰਗਤ ਕਰਦਾ ਹੈ, ਉਹ ਤਰ ਜਾਂਦਾ ਹੈ। ਮਹਾਰਾਜ ਕਹਿੰਦੇ ਲੱਖਾਂ ਯਤਨ ਕਰ, ਲੱਖਾਂ ਉਪਰਾਲੇ ਕਰ ਲੈ, ਸਾਡੇ ਮਨ ਨੂੰ ਵੀ ਇੱਥੇ ਹਾਜ਼ਰ ਕਰ ਲੋ ਗਰੀਬ। ਸੋ ਇੱਕ ਵਾਰੀ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਨ ਬਿਰਤੀ ਕਾਗਰ ਕਰਕੇ ਬੈਠਣਾ। ਜਿਹੜਾ ਜੀਵ ਸਤ ਸੰਗ ਕਰਦਾ ਹੈ, ਮਹਾਰਾਜ ਕਹਿੰਦੇ ਤਰੇਗਾ ਉਹ ਜਿਹੜਾ ਸਤ ਸੰਗ ਕਰਦਾ ਹੈ। ਕੱਲ ਆਪ ਜੀ ਨੇ ਸੁਣਿਆ, ਬਾਬਾ ਜੀਆਂ ਪਾਸੋਂ ਵੀ ਆਪ ਜੀ ਸੁਣਦੇ ਰਹਿੰਦੇ ਹੋ ਕਿ ਇੱਕ ਘੜੀ ਦਾ ਸਤ ਸੰਗ ਬਹੁਤ ਹੀ ਕਠਿਨ ਤਪੱਸਿਆ ਦੇ ਬਰਾਬਰ ਹੈ। ਗੁਰੂ ਨਾਨਕ ਦੇ ਘਰ ਦੀ ਸੰਗਤ ਹੈ ਜਿਹੜੀ, ਇਹ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ, ਬੰਦੇ ਨੂੰ ਰੱਬ ਬਣਾ ਦਿੰਦੀ। ਆਖੋ ਸਤਨਾਮ ਵਾਹਿਗੁਰੂ। ਪੜਿਓ ਪਿਆਰ ਦੇ ਨਾਲ। ਬੰਦਿਓ ਕਰੇ ਖੁਦਾ ਸੰਗਤ ਗੁਰੂ ਨਾਨਕ ਦੀ, ਬੰਦਿਓ ਕਰੇ ਖੁਦਾ ਸੰਗਤ ਗੁਰੂ ਨਾਨਕ ਦੀ, ਬੰਦਿਓ ਕਰੇ ਖੁਦਾ ਸੰਗਤ ਗੁਰੂ ਨਾਨਕ ਦੀ, ਬੰਦਿਓ ਕਰੇ ਖੁਦਾ ਸੰਗਤ ਗੁਰੂ ਨਾਨਕ ਬੋਲੋ ਦੀ। ਬੰਦਿਓ ਕਰੇ, ਵਾਹ
ਬਾਬਾ ਬੰਦਿਓ ਕਰੇ। ਓ ਆਪਣਾ ਲੈ ਬਣਾ ਸੰਗਤ ਗੁਰੂ ਨਾਨਕ ਦੀ, ਆਪਣਾ ਲੈ ਬਣਾ ਸੰਗਤ ਗੁਰੂ ਨਾਨਕ ਦੀ, ਆਪਣਾ ਲੈ ਬਣਾ ਸੰਗਤ ਗੁਰੂ ਨਾਨਕ ਦੀ, ਆਪਣਾ ਲੈ ਬਣਾ ਸੰਗਤ ਗੁਰੂ ਨਾਨਕ ਦੀ। ਬੰਦਿਓ ਕਰੇ ਖੁਦਾ ਸੰਗਤ ਬਾਬੇ ਨਾਨਕ ਦੀ, ਬੰਦਿਓ ਕਰੇ ਖੁਦਾ ਸੰਗਤ ਗੁਰੂ ਨਾਨਕ ਦੀ। ਬਣਾ ਸੰਗਤ ਗੁਰੂ ਨਾਨਕ ਦੀ, ਆਪਣਾ ਲੈ ਬਣਾ ਸੰਗਤ ਗੁਰੂ ਨਾਨਕ ਦੀ। ਬੰਦਿਓ ਕਰੇ ਗੱਜ ਕੇ ਬੰਦਿਓ ਕਰੇ, ਆਪਣਾ ਲਏ ਬਣਾ ਸੰਗਤ। ਸੰਗਤ ਕਰਨੀ ਬਹੁਤ ਹੈ, ਬਹੁਤ ਵੱਡੀ ਚੰਗੀ ਗੱਲ ਹੈ, ਪਰ ਹੋਵੇ ਸਾਧੂ ਦੀ ਸੰਗਤ, ਗੁਰੂ ਦੀ ਹਜ਼ੂਰੀ ਹੋਵੇ ਤੇ ਨਾਮ ਦੇ ਰਸੀਏ ਮਹਾਂਪੁਰਖ ਉਹਨਾਂ ਦੀ ਅਗਾਧ ਬੁੱਧ ਬਾਣੀ ਦੀ ਕਥਾ ਕੀਰਤਨ ਸੋਝੀ ਸਾਨੂੰ ਪਾਉਂਦੇ ਹੋਣ। ਸਤ ਸੰਗਤ ਤੇ ਸਾਧ ਸੰਗਤ, ਸੰਗਤ ਦੇ ਵਿੱਚ ਇੰਨੀ ਤਾਕਤ ਹੈ, ਜੇ ਤਾਰਾ ਰਾਣੀ ਦੀ ਖੜਾਮ ਚੁੱਕ ਲਈ ਰਾਜੇ ਨੇ ਤੇ ਸੇਮ ਉਹੋ ਜੀ ਖੜਾਮ ਅਰਦਾਸ ਕਰਕੇ ਸਾਧੂਆਂ ਨੇ ਸਾਧ ਸੰਗਤ ਦੇ ਇਕੱਠ ਵਿੱਚ ਜੋੜੀ ਜੁੜੀ ਖੜਾਮ ਪੁਰਾਣੀ ਉਹੋ ਜੀ ਖੜਾਮ ਆ ਸਕਦੀ ਹੈ, ਤੇ ਸਾਡਾ ਗਿਆ ਗੁਜਰਿਆ ਹੋਇਆ ਜੀਵਨ ਵੀ ਸਤ ਸੰਗਤ ਦੇ ਵਿੱਚ ਵਾਪਸ ਆ ਸਕਦਾ। ਸਾਡਾ ਗਵਾਚਿਆ ਹੋਇਆ ਅੰਮ੍ਰਿਤ ਵੇਲਾ ਆ ਸਕਦਾ। ਇਹ ਤਾਂ ਹੁਣ ਆਪਾਂ ਨੂੰ ਆਪੋ ਆਪਣਾ ਪਤਾ ਨਾ ਵੀ ਕਿੰਨੀਆਂ ਰਹਿ ਰਸ ਰਹਿ ਗਈਆਂ, ਕਿੰਨੇ ਕੀਰਤਨ ਸੋਲੇ ਰਹਿ ਗਏ, ਕਿੰਨੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਨਾਗੇ ਪੈ ਗਏ। ਗੁਰੂ ਜੇ ਕਿਰਪਾ ਕਰੇ ਤਾਂ ਲੇਟ ਕੱਢ ਸਕਦਾ ਜੇ ਉਹਦੀ ਨਜ਼ਰ ਹੋਵੇ। ਤੇ ਕਈ ਵਾਰ ਅਰਦਾਸ ਸੋਚਦਾ ਹੁੰਦਾ, ਜੇ ਤਾਰਾ ਰਾਣੀ ਦੀ ਖੜਾਮ ਮਿਲ ਸਕਦੀ ਹੈ, ਨਵੀਂ ਬਣ ਸਕਦੀ ਹੈ, ਮਿਲ ਸਕਦੀ ਹੈ, ਆ ਸਕਦੀ ਹੈ, ਫਿਰ ਸਾਧ ਸੰਗਤ ਦੇ ਵਿੱਚ ਅਰਦਾਸ ਕਰਨ ਦੇ ਨਾਲ, ਰੋਜ਼ ਹਾਜ਼ਰੀ ਭਰਨ ਦੇ ਨਾਲ, ਮਹਾਂਪੁਰਖਾਂ ਦੇ ਅਨਮੋਲ ਬਚਨ ਸੁਣਨ ਦੇ ਨਾਲ ਸਾਡਾ ਬਿਰਥਾ ਗਿਆ ਹੋਇਆ ਜੀਵਨ ਉਹ ਵੀ ਸਫਲ ਹੋ ਸਕਦਾ ਹੈ। ਇਹ ਵੀ ਬਹੁਤ ਵੱਡਾ ਵਿਘਨ ਹੈ ਜਿਹੜੇ ਸਾਡੇ ਨਿਤਨੇਮ ਚ ਨਾਗੇ ਪੈਂਦੇ, ਪੈ ਜਾਂਦੇ ਆ, ਸਾਰਿਆਂ ਦੇ ਪੈਂਦੇ, ਪਰ ਮਹਾਂਪੁਰਖ ਹੋਵੇ ਜਿਹਦੇ ਦਰਸ਼ਨ ਕਰਕੇ ਅੰਮ੍ਰਿਤ ਵੇਲਾ ਵੀ ਬਣ ਜਾਏ। ਜਿਵੇਂ ਧੰਨ ਧੰਨ ਪਿਆਰੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਸਾਰੇ ਇੱਕ ਵਾਰੀ ਆਖੋ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਮੁਰਸ਼ਦ ਦੇ ਬਚਨਾਂ ਤੇ ਪਹਿਰਾ ਦਿੱਤਾ। ਕੱਲ ਵੀ ਬਾਬਾ ਜੀ ਪੂਰਨਮਾਸ਼ੀ ਸਟੇਜ ਤੇ ਸਮਝਾ ਰਹੇ ਸਾਨੂੰ, ਮਰ ਕੇ 40 ਸਾਲ ਸੇਵਾ ਮਰ ਕੇ ਕੀਤੀ, ਸਭ ਕੁਝ ਜਰਿਆ, ਤੇ ਐਸੀ ਸਾਧੂ ਦੀ ਕਮਾਈ ਨਿੰਦਿਆ ਨਹੀਂ ਮੈਂ ਕਰਦਾ, ਪਰ ਬਾਬਾ ਕੁੰਦਨ ਸਿੰਘ ਮਹਾਰਾਜ ਦੇ ਚਰਨਾਂ 'ਚ ਜਿਹੜਾ ਰਹਿ ਗਿਆ ਉਹਨੂੰ ਬਾਬਾ ਜੀ ਨੇ ਸੰਤ ਹੀ ਬਣਾਤਾ। ਆਖੋ ਸਤਿਨਾਮ ਵਾਹਿਗੁਰੂ। ਸੰਤ ਬਣਾ, ਜਿੰਨੇ ਬਾਗ ਦੇ ਸੇਵਾਦਾਰ ਨੇ ਪੁਰਾਣੇ, ਸਭ ਬਾਬਾ ਜੀ ਨੇ ਆਪਦੀ ਕਿਰਪਾ ਦੇ ਸਦਕਾ ਅਵਲ ਨੰਬਰ ਤੇ ਰੱਖੇ, ਤੇ ਕਈ ਵਿਚਾਰੇ ਰੋਟੀ ਤੋਂ ਵੀ ਆਜ ਰੋਟੀਆਂ ਨਹੀਂ ਪੂਰੀਆਂ ਹੁੰਦੀਆਂ ਭਿੰਗਮਾਂ ਦੀਆਂ, ਗਜਾ ਕਰ ਕਰ ਲਿਆਉਣਾ ਪੈਂਦਾ। ਪਰ ਕਿੰਨਾ ਔਖਾ ਸਮਾਂ ਰਿਹਾ ਲਾਕਡਾਊਨ ਦੇ ਵਿੱਚ ਵੀ, ਬਾਗ ਦੇ ਵਿੱਚ ਭੰਡਾਰੇ ਹੀ ਭਰੇ ਰਹੇ। ਕਾਹਦੇ ਸਦਕਾ? ਕਿਉਂਕਿ ਬਾਬਾ ਕੁੰਦਨ ਸਿੰਘ ਮਹਾਰਾਜ ਦੀ ਸੇਵਾ ਬਹੁਤ ਸੀ। ਇੱਕ ਮਹਾਂਪੁਰਖ ਦੀ ਕਿਰਪਾ ਦੇ ਸਦਕਾ ਅਨੇਕਾਂ ਦੇ ਘਰਾਂ ਦੇ ਦੀਵੇ ਜਗਦੇ। ਐਸਾ ਸਾਧੂ ਹੋਵੇ ਜਿਹਦੇ ਦਰਸ਼ਨ ਕਰਕੇ ਮਨ ਤ੍ਰਿਪਤ ਹੋ ਜਾਵੇ, ਤੇ ਉਹਨਾਂ ਸਾਧੂਆਂ ਦੀ ਸੰਗਤ, ਉਹਨਾਂ ਸਾਧੂਆਂ ਦੇ ਬਚਨਾਂ ਤੇ ਪਹਿਰਾ ਦਿੱਤਾ ਹੈ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੇ। ਜਿੱਥੇ ਭੇਜਿਆ ਬਾਬਾ ਜੀ ਉੱਥੇ ਹੀ ਪਹੁੰਚੇ। ਉਧਰ ਚਲਾ ਜਾ, ਉੱਥੇ ਚਲਾ ਜਾ, ਉੱਥੇ ਗੁਰਦੁਆਰਾ ਬਣਾ ਜਾ, ਪਹੁੰਚ ਗਏ ਆਪਣੇ ਮੁਰਸ਼ਦ ਦੇ ਹੁਕਮ।
ਐਸੇ ਸਾਧੂਆਂ ਦੀ ਜਦੋਂ ਸੰਗਤ ਆਪਾਂ ਕਰਾਂਗੇ ਤਾਂ ਤੁਹਾਨੂੰ ਕਹੀਦਾ ਭੱਜ ਨਾ ਜਾਇਆ ਕਰੋ, ਬਹਿ ਕੇ ਬਚਨ ਸੁਣਿਆ ਕਰੋ, ਤੁਹਾਡਾ ਭਲਾ ਇਹਦੇ ਵਿੱਚ। ਫਿਰ ਬਹੁਤੀ ਕਮਾਈ ਕਰਨ ਦੀ ਲੋੜ ਨਹੀਂ ਪੈਂਦੀ ਜੇ ਸਾਧੂ ਪੂਰਨ ਸਾਧੂ ਦਾ ਸੰਗ ਹੋ ਜੇ। ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਹ ਨਹੀਂ ਵੀ ਜਪਣਾ ਹੀ ਨਹੀਂ ਪੈਣਾ, ਜਪਣਾ ਪਏਗਾ, ਪਰ ਮਹਾਂਪੁਰਖ ਦੀ ਰਸਨਾ ਤੇ ਜਿਹੜਾ ਬੋਲ ਨਿਕਲਦਾ, ਭਾਈ 6 ਮਾਲਾ ਮੂਲ ਮੰਤਰ ਦੀਆਂ ਕਰ ਲਿਆ ਕਰੋ। ਮਹਾਂਪੁਰਖ ਦੇ ਕਥੇ ਅਨੁਸਾਰ ਜਦੋਂ ਅਸੀਂ ਨਿਤਨੇਮ ਕਰਾਂਗੇ, ਮਾਲਾ ਭਾਵੇਂ 6 ਹੀ ਕਰਾਂਗੇ, ਪਰ ਜਿੰਨਾ ਉਹਨਾਂ ਦਾ ਫਲ ਹੈ ਉਦੋਂ ਵੀ ਵੱਧ ਫਲ ਮਿਲੇਗਾ ਜੇ ਮਹਾਂਪੁਰਖਾਂ ਦੀ ਰਸਨਾ ਤੋਂ ਨਿਕਲਿਆ ਹੋਏ ਬਚਨ ਨੂੰ ਅਸੀਂ ਪੁਗਾ ਦਿਆਂਗੇ। ਅਣਖ ਵਿਗਣ ਤੇ ਸਾਧੂ ਰਾਖੇ, ਤੇ ਸਾਧੂ ਹੋਵੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੈਸਾ। ਸਾਰੀ ਉਮਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ, ਕਿਤੇ ਬਾਹਰ ਨਹੀਂ ਗਏ। ਆ ਜਿਹੜੀ ਬਾਬਾ ਜੀ ਦੀ ਸੇਵਾ ਲੱਗੀ ਹੈ ਨਾ ਥਾਂ ਥਾਂ ਤੇ, ਇੱਥੇ ਮਾਂ ਸੰਪੜ ਦਾ ਭੋਗ ਪਿਆ ਉੱਥੇ ਰੱਖਤਾ। ਕਈ ਲੋਕ ਬੜੀਆਂ ਗੱਲਾਂ ਕਰਦੇ, ਇਹ ਜੀ ਮਾਂ ਸੰਪੜ ਪਾਠ ਰਖਾਈ ਜਾਂਦੇ, ਆ ਕਰੀ ਜਾਂਦੇ। ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਦਿਸਦਾ ਹੀ ਨਹੀਂ। ਉਹ ਵੇਖਿਆ ਉਹਨਾਂ ਨਜ਼ਰ ਨਾਲ, ਉਹਨਾਂ ਨੂੰ ਨਹੀਂ ਪਤਾ ਵੀ ਕੀ ਬਣੀ ਜਾਂਦਾ ਸੰਸਾਰ ਤੇ। ਇਹ ਤਾਂ ਜੋ ਬਾਬਾ ਜੀ ਨੂੰ ਹੁਕਮ ਉਹਨਾਂ ਦੇ ਮੁਰਸ਼ਦ ਨੇ ਕੀਤਾ, ਜਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਹੁਕਮ ਕਰਦੇ ਨੇ ਉਸੇ ਅਨੁਸਾਰ ਹੀ। ਕੀ ਲੱਗਦਾ ਆਪਾਂ ਨੂੰ ਕਿ ਬਾਬਾ ਸੁਖਦੇਵ ਸਿੰਘ ਜੀ ਦਾ ਜੀਵਨ ਹੁਕਮ ਤੋਂ ਬਾਹਰ ਹੈ? ਹੁਕਮ ਤੋਂ ਬਾਹਰ ਨਹੀਂ ਹੈ। ਉਹ ਜੋ ਨਿਰੰਕਾਰ ਹੁਕਮ ਲਾਉਂਦਾ ਉਹਨਾਂ ਨੂੰ ਕਰਨਾ ਪੈਂਦਾ। ਸਰੀਰ ਭਾਵੇਂ ਜਿੰਨਾ ਮਰਜ਼ੀ ਉਹਨਾਂ ਦਾ ਪਰੇਸ਼ਾਨੀ 'ਚ ਰਹਿੰਦਾ, ਪਰ ਆਪਣੇ ਮਾਲਕ ਦੀ ਕਿਰਪਾ ਦੇ ਸਦਕਾ ਅੱਜ ਵੀ ਡਿਊਟੀ ਨਿਭਾਉਂਦੇ। ਸੋ ਸਾਧ ਸੰਗਤ, ਐਸੇ ਮਹਾਂਪੁਰਖਾਂ ਦਾ ਸੰਗ ਵੱਡਿਆਂ ਭਾਗਾਂ ਨਾਲ ਮਿਲਦਾ। ਭੱਜ ਨਾ ਜਾਇਆ ਕਰੋ, ਲਾਹਾ ਲੈ ਲੋ, ਲਾਹਾ ਲੈਣ ਦਾ ਹੁਣ ਸਮਾਂ, ਫਿਰ ਬੰਦਾ ਪਛਤਾਉਂਦਾ ਹੀ ਰਹਿੰਦਾ। ਜਿਨ੍ਹਾਂ ਨੇ ਇਸ ਜਪ ਤਪ ਦੇ ਵਿੱਚ ਹਾਜ਼ਰੀਆਂ ਭਰੀਆਂ, ਉਹਨਾਂ ਨੂੰ ਸੁੱਖ ਵੀ ਮਿਲਣਗੇ, ਸ਼ੋਭਾ ਵੀ ਮਿਲੇਗੀ, ਦੁੱਖ ਵੀ ਦੂਰ ਹੋਣਗੇ। ਆਪ ਵੀ ਹਾਜ਼ਰੀ ਭਰੋ, ਹੋਰਨਾਂ ਨੂੰ ਵੀ ਲੈ ਕੇ ਆਓ, ਤੇ ਤੁਹਾਡੀ ਵੀ ਸ਼ੋਭਾ ਹੋਏਗੀ। ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ। ਕਿਸੇ ਸਾਧੂਆਂ ਨੇ ਬਚਨ ਸੁਣਾਇਆ, ਕਹਿਣ ਲੱਗੇ ਮੈਂ ਹਰਿਦੁਆਰ ਗਿਆ। ਹਰਿਦੁਆਰ ਗਿਆ ਤੇ ਉੱਥੋਂ ਦੇ ਮਹਾਂਪੁਰਖ ਜਿਹੜੀ ਮੰਡਲੀ ਸੀ, ਸੰਤ ਮੰਡਲੀ, ਪੁੱਛਣ ਲੱਗੀ, ਹਿੰਦੀ ਦੇ ਵਿੱਚ ਬੋਲਿਓ ਵੀ ਤੁਸੀਂ ਕਿੱਥੋਂ ਆਏ ਹੋ, ਤੁਸੀਂ ਕਿੱਥੋਂ ਆਏ ਹੋ? ਮਹਾਂਪੁਰਖ ਕਹਿਣ ਲੱਗੇ ਮੇਰੇ ਮਨ ਦੇ ਵਿੱਚ ਆਵੇ, ਮੇਰੀਆਂ ਇੰਨੀਆਂ ਕੈਸਟਾਂ ਨਿਕਲੀਆਂ, ਇੰਨੇ ਲੋਕ ਮੇਰਾ ਕੀਰਤਨ ਸੁਣਦੇ, ਥਾਂ ਥਾਂ ਤੇ ਮੇਰੇ ਬੈਨਰ ਲੱਗਦੇ। ਇਹ ਸਾਧੂ ਫਿਰ ਵੀ ਮੈਨੂੰ ਪੁੱਛਦੇ, ਮੈਨੂੰ ਪਛਾਣਿਆ ਨਹੀਂ ਇਹਨਾਂ ਸਾਧੂਆਂ ਨੇ। ਉਹ ਮਹਾਂਪੁਰਖ ਕਹਿਣ ਲੱਗੇ, ਮੈਂ ਉਹਨਾਂ ਨੂੰ ਦੱਸਿਆ ਜੀ ਮੈਂ ਨਾਨਕਸਰ ਕਲੇਰਾਂ ਤੋਂ ਆਇਆ। ਕਹਿੰਦੇ ਉਹਨਾਂ ਸਾਧੂਆਂ ਦੇ ਹੱਥ ਜੁੜ ਗਏ, ਕਹਿੰਦੇ ਵਾਹ ਵਾਹ, ਬਾਬਾ ਜੀ ਦੀ ਗੱਲ ਸੁਣਾ ਰਿਹਾ, ਧੰਨ ਬਾਬਾ ਕੁੰਦਨ ਸਿੰਘ ਮਹਾਰਾਜ ਜੀ। ਉਹ ਸਾਧੂ ਨੇ ਜਦੋਂ ਦੱਸਿਆ, ਕਹਿੰਦੇ ਮੈਂ ਨਾਨਕਸਰ ਕਲੇਰਾਂ ਤੋਂ ਆਇਆ, ਤੇ ਕਹਿੰਦੇ ਉਹਨਾਂ ਸਾਧੂਆਂ ਦੇ ਹੱਥ ਜੁੜ ਗਏ ਤੇ ਕਹਿਣ ਲੱਗੇ ਵਾਹ ਬਈ ਵਾਹ, ਧੰਨ ਭਾਗ, ਤੁਸੀਂ ਉਸ ਨਾਨਕਸਰ ਤੋਂ ਆਏ ਹੋ, ਉਸ ਜਗ੍ਹਾ ਤੋਂ ਆਏ ਹੋ ਜਿੱਥੇ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਜੈਸੇ ਬ੍ਰਹਮ ਗਿਆਨੀ ਮਹਾਂਪੁਰਖ ਰਹਤੇ। ਕਹਿੰਦਾ ਮੇਰੀਆਂ ਅੱਖਾਂ 'ਚ ਰੋਣਾ ਆ ਗਿਆ ਮਣਾ, ਥਾਂ ਥਾਂ ਤੇ ਬੈਨਰ ਹੀ, ਕੰਧਾਂ ਹੀ ਕਾਲੀਆਂ ਕੀਤੀਆਂ ਪਈਆਂ, ਚੇਪ ਚੇਪ ਕੇ ਕੈਸਟਾਂ ਕਢਾ ਕਢਾ ਕੇ ਢੇਰ ਲਾਤੇ, ਤੇ ਸਾਧੂ ਤੈਨੂੰ ਫਿਰ ਵੀ ਨਹੀਂ ਪਛਾਣਦੇ। ਤੇ ਇੱਕ ਉਹ ਸਰੀਰ ਜਿਹੜਾ ਨਾਨਕਸਰ ਦੇ 40 ਕਿਲੋਮੀਟਰ ਦੇ ਦਾਇਰੇ 'ਚੋਂ ਬਾਹਰ ਨਹੀਂ ਗਏ, ਜੇ ਕਿਤੇ ਦਰਬਾਰ ਸਾਹਿਬ ਦਰਸ਼ਨ ਕਰਨ ਗਏ ਤੇ ਵਾਪਸ ਆ ਗਏ। ਹੁਣ ਉਦੋਂ ਗਏ ਜਦੋਂ ਸੇਵਾ 'ਚ ਥੋੜਾ ਜਿਹਾ ਟਾਈਮ ਬਚਦਾ, ਕਿਤੇ ਰਾਤ ਨਹੀਂ ਰਹੇ, ਕਿਤੇ ਦੀਵਾਨਾਂ 'ਚ ਨਹੀਂ ਗਏ, ਕਿਤੇ ਦੀਵਾਨ ਨਹੀਂ ਲਾਏ, ਸੇਵਾਦਾਰ ਭੇਜਦੇ ਰਹੇ। ਉਸ ਮਹਾਂਪੁਰਖ ਦੇ ਸਾਰੇ ਪਾਸੇ ਡੰਕੇ ਵੱਜਦੇ ਜਿਹੜਾ ਕਦੀ ਕਿਤੇ ਗਏ ਹੀ ਨਹੀਂ, ਤੇ ਤੂੰ ਕੋਈ ਕੋਨਾ ਛੱਡਿਆ ਨਹੀਂ, ਤੈਨੂੰ ਕੋਈ ਜਾਣਦਾ ਹੀ ਨਹੀਂ। ਆਖੋ ਸਤਿਨਾਮ। ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਤੇ ਨਾਮ ਜਪਣ ਵਾਲਾ ਸਿਮਰਨ ਕਰਨ ਵਾਲੇ ਨੂੰ ਵੀ ਸਿਮਰਨ ਉੱਚਾ ਕਰ ਦਿੰਦਾ। ਪਰ ਜੇ ਕੋਈ ਜਪੇ
ਸੋ ਸਾਧ ਸੰਗਤ ਮਹਾਂਪੁਰਖ ਦਾ ਸੰਗ ਜ਼ਰੂਰ ਕਰਨਾ ਚਾਹੀਦਾ ਹੈ। ਮੈਂ ਇਸ ਕਰਕੇ ਜ਼ੋਰ ਦੇ ਰਿਹਾ ਕਿ ਮਹਾਂਪੁਰਖ ਤੋਂ ਬਿਨਾ ਕੋਈ ਹੈ ਹੀ ਨਹੀਂ ਜਿਹੜਾ ਸਾਡੀ ਬਾਹ ਫੜ ਕੇ ਸਾਨੂੰ ਪਾਰ ਕਰ ਦੇਵੇ। ਬੜੇ ਲੋਕ ਨੇ ਨਿੰਦਲ, ਬਾਬਾ ਜੀ ਕਹਿੰਦੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ, ਨਿੰਦੀ ਜਾਓ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਇਹ ਗੱਲ ਪੱਕੀ ਹੈ, ਨਾ ਤਾਂ ਸਾਧੂ ਤੋਂ ਬਿਨਾ ਦਰਬਾਰ ਫੱਬਦਾ, ਨਾ ਸਾਧੂ ਤੋਂ ਬਿਨਾ ਕੋਈ ਕਿਸੇ ਦਾ ਜੀਵਨ ਬਣਾ ਸਕਦਾ। ਜਿਹਨੂੰ ਵੀ ਮਿਲਿਆ ਉਹਨੂੰ ਮਹਾਂਪੁਰਖ ਦੇ ਪਾਸੋਂ ਹੀ ਮਿਲਿਆ, ਸਿੱਧਾ ਕਿਸੇ ਨੂੰ ਨਹੀਂ ਮਿਲਿਆ। ਜਿਹਨੂੰ ਵੀ ਮਿਲਿਆ ਉਹ ਇੱਥੇ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੱਦੀ ਮਿਲੀ, ਗੁਰੂਆਂ ਨੂੰ ਗੱਦੀਆਂ ਮਿਲਦੀਆਂ ਰਹੀਆਂ, ਤੇ ਤਿਲਕ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ। ਉਹਨਾਂ ਦੇ ਤਿਲਕ ਕੀਤੇ ਤੋਂ ਬਿਨਾਂ ਗੱਦੀ ਤੇ ਨਹੀਂ ਬੈਠੇ। 6 ਪਾਤਸ਼ਾਹੀਆਂ, 6ਵੇਂ ਪਾਤਸ਼ਾਹ ਨੂੰ ਵੀ ਤਿਲਕ ਕੀਤਾ। ਮਹਾਂਪੁਰਖਾਂ ਤੋਂ ਬਿਨਾਂ ਕੁਝ ਨਹੀਂ ਮਿਲ ਸਕਦਾ, ਇਹ ਤਾਂ ਗਰੰਟਡ ਗੱਲ ਹੈ। ਇਸ ਕਰਕੇ ਕੱਲ ਵੀ ਬਚਨ ਆਪ ਜੀ ਨੇ ਸਾਂਝਾ ਕੀਤਾ ਸੀ ਕਿ ਸਾਧੂ ਸੰਗ ਕਰੋ ਸਭ ਕੋਏ, ਸਾਰਿਆਂ ਨੂੰ ਮਹਾਂਪੁਰਖਾਂ ਦਾ ਸੰਗ ਕਰਨਾ ਚਾਹੀਦਾ ਹੈ। ਲੇਖੇ ਪਾੜ ਦਿੰਦੇ ਹਨ ਮਹਾਂਪੁਰਖ। ਸੋ ਬੇਨਤੀ ਕਰਿਆ ਕਰੋ ਮਹਾਰਾਜ, ਇਹ ਸ਼ਾਹੀ ਕਲਮ ਦਵਾਤ ਸਭ ਆਪ ਜੀ ਦੇ ਕੋਲ ਹੀ ਹੈ, ਤੇ ਮਹਾਂਪੁਰਖਾਂ ਰਾਹੀਂ ਵਰਤ ਕੇ ਸਾਡੇ ਸੋਹਣੇ ਸੋਹਣੇ ਲੇਖ ਲਿਖ ਦਿਓ, ਕਿਰਪਾ ਕਰੋ। ਫਿਰ ਜਿਹੜੀਆਂ ਦੁੱਖਾਂ ਭੁੱਖਾਂ ਨੇ ਬਾਬਾ ਜੀ ਦੇ ਕਹਿ ਅਨੁਸਾਰ, ਮਹਾਂਪੁਰਖਾਂ ਦੇ ਕਹਿ ਅਨੁਸਾਰ ਚੱਲਾਂਗੇ ਨਾ, ਫਿਰ ਜੀਵਨ ਵੀ ਬਦਲ ਜਾਏਗਾ, ਸੁੱਖ ਵੀ ਮਿਲਣਗੇ। ਸਾਰਿਆਂ ਸੁੱਖਾਂ ਦੇ ਦਾਤੇ ਨੇ ਮਹਾਂਪੁਰਖ, ਇਸ ਵਿੱਚ ਕੋਈ ਦੋ ਰਾਏ ਨਹੀਂ। ਸੋ ਇਸ ਕਰਕੇ ਸਾਧ ਸੰਗਤ ਮਹਾਂਪੁਰਖਾਂ ਦਾ ਸੰਗ ਕਰੋ, ਉਹਨਾਂ ਦੇ ਬਚਨ ਸੁਣੋ। ਆਪਾਂ ਨੂੰ ਇਹ ਸਮਾਂ ਮਿਲਿਆ, ਵੱਡਿਆਂ ਭਾਗਾਂ ਦੇ ਨਾਲ ਮਿਲਿਆ ਸਮਾਂ, ਔਰ ਮਹਾਂਪੁਰਖਾਂ ਨੂੰ ਕੋਈ ਆਦੇ ਧੀਆਂ ਪੁੱਤ ਪਾਲਣੇ, ਸੰਸਾਰ ਦੇ ਲਈ ਪਰਪਕਾਰ ਕਰਦੇ ਫਿਰਦੇ ਮਹਾਂਪੁਰਖੋ। ਜਪ ਲਵੇ ਕੋਈ ਜਪ ਲੈ, ਕੋਈ ਜਪ ਲੈ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੀਵਾਨ ਦੀ ਸਮਾਪਤੀ ਤੋਂ ਬਾਅਦ 3 ਵਾਰੀ ਕਹਿੰਦੇ ਸਨ, ਉਹ ਗੁਰਮੁਖੋ ਨਾਮ ਜਪੋ, ਨਾਮ ਜਪੋ, ਨਾਮ ਜਪੋ। ਅਬ ਕੱਲੂ ਆਇਓ ਰੇ ਇੱਕ ਨਾਮ ਭੋਗ ਹੋ। ਹੁਣ ਵੇਲਾ ਹੈ, ਜੇ ਹੁਣ ਨਾ ਜਪਿਆ ਤੇ ਅੱਗੇ ਵੀ ਫਿਰ ਭੁੱਖਾ ਹੀ ਰਹੇਗਾ, ਤੇ ਆਉਣ ਵਾਲੇ ਸਮੇਂ 'ਚ ਵੀ ਭੁੱਖਾ ਰਹੇਗਾ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਇੱਥੇ ਵੀ ਅੱਗੇ ਤੇਰਾ ਆਉਣ ਵਾਲਾ ਕੱਲ, ਤੇ ਉੱਥੇ ਵੀ ਜਿੱਥੇ ਤੂੰ ਜਾਣਾ, ਹਰ ਕਾ ਨਾਮ ਮੂਹਾਂ ਸੰਗ ਤੋਸਾ, ਉੱਥੇ ਵੀ ਫਿਰ ਤੂੰ ਜਦੋਂ ਤੈਨੂੰ ਭੁੱਖ ਲੱਗੀ। ਤੇ ਬਾਬਾ ਜੀ ਸੁਣਾਉਂਦੇ ਹੁੰਦੇ, ਸੋਨਾ ਦਾਨ ਕਰਨ ਵਾਲੀ ਗੱਲ, ਕਿਸੇ ਨੇ ਸੋਨਾ ਹੀ ਦਾਨ ਕੀਤਾ। ਉਹ ਕਹਿੰਦਾ ਮੈਨੂੰ ਭੁੱਖ ਲੱਗੀ ਹੈ, ਕੋਈ ਰੋਟੀ, ਕਹਿੰਦੇ ਆ ਸੋਨਾ ਹੀ ਹੈਗਾ, ਸੋਨਾ ਹੀ ਦਾਨ ਕੀਤਾ, ਸੋਨਾ ਹੀ ਚੱਬ ਲਾ। ਕਹਿੰਦੇ ਸੋਨਾ ਨਾਲ ਤਾਂ ਨਿਰਵਾਹ ਨਹੀਂ ਹੋਣਾ। ਕਹਿੰਦੇ ਫਿਰ ਉੱਥੇ ਜੋ ਬੀਜਿਆ ਉਹੀ ਇੱਥੇ ਮਿਲਣਾ, ਜੇ ਸੋਨਾ ਤੂੰ ਦਾਨ ਕੀਤਾ ਉਹੀ ਮਿਲੇਗਾ। ਸੋ ਇਸ ਕਰਕੇ ਮਹਾਂਪੁਰਖਾਂ ਨੇ ਆਪਾਂ ਨੂੰ ਸਮਾਂ ਦਿੱਤਾ, ਬੇਨਤੀ ਕਰਿਆ ਕਰੀਏ। ਜੇ ਮਹਾਂਪੁਰਖਾਂ ਕੋਲ ਮਿਲਦੇ ਵੀ ਉਹਨਾਂ ਦੇ ਘਰ ਦੀਆਂ ਗੱਲਾਂ ਬਾਤਾਂ ਨਾ ਰੱਖਿਆ ਕਰੋ, ਉਹਨਾਂ ਨੂੰ ਇੱਕੋ ਹੀ ਕਿਹਾ ਕਰੋ ਜੀ ਸਾਨੂੰ ਕੋਈ ਨਾਮ ਜਪਣ ਦੀ ਜੁਗਤੀ ਦੇ ਦਿਓ। ਪਰ ਸਭ ਤੋਂ ਵੱਡੀ ਜੁਗਤੀ ਤਾਂ ਦੱਸੀ ਜਾਂਦੇ ਇੱਥੇ ਮੈਕ ਰਾਹੀਂ, 6 ਮਾਲਾ ਮੂਲ ਮੰਤਰ ਦੀਆਂ, 80 ਮਾਲਾ ਵਾਹਿਗੁਰੂ ਵਾਹਿਗੁਰੂ ਦੀਆਂ, 60 ਮਾਲਾ ਰਾਮ ਰਾਮ ਦੀਆਂ, 10 ਪਾਠ ਜਪਜੀ ਦੇ, 2 ਪਾਠ ਸੁਖਮਨੀ ਦੇ। ਇਹ ਜੁਗਤੀ ਹੋਈ ਹੈ। ਮਹਾਂਪੁਰਖ ਕਹਿ ਦਵੇ ਜਪਣ ਲੱਗ ਜਾਓ, ਉਹੀ ਜਿਵੇਂ ਜਪੋਗੇ ਤੁਹਾਡੀ ਜੁਗਤੀ ਬਣ ਜਾਏਗੀ। ਸੋ ਇਸ ਕਰਕੇ ਆਓ ਬੇਨਤੀ ਕਰੀਏ ਗਰੀਬ ਨਵਾਜ ਦੇ ਚਰਨਾਂ 'ਚ। ਅਗਲਾ ਸਮਾਂ ਬਹੁਤ ਸੁਹਾਵਣਾ, ਸਾਡੇ ਸਤਿਕਾਰਯੋਗ ਵੀਰ ਸੁਖਪ੍ਰੀਤ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਲਾਹਾ ਲੈਣਾ। ਬਾਬਾ ਜੀ ਵੀ ਲਾਈਵ ਦੇਖ ਰਹੇ ਹਨ। ਸੋ ਅੱਜ ਸੰਗਤ ਦੀ ਬੜੀ ਕਿਰਪਾ ਹੈ, ਜਿਤਨੇ ਤੁਸੀਂ ਆਏ ਹੋ ਵੱਡੇ ਭਾਗਾਂ ਵਾਲੇ ਹੋ। ਗੁਰੂ ਨਾਨਕ ਦੇ ਬੁਲਾਵੇ ਤੇ ਆ ਜਾਂਦੇ ਹੋ, ਬੈਠੇ ਵੀ ਰਿਹਾ ਕਰੋ, ਅਰਦਾਸ ਕਰਿਆ ਕਰੋ। ਬਾਬਾ ਜੀ ਕਹਿੰਦੇ ਹੁੰਦੇ ਕੋਈ ਗ੍ਰੰਥ, ਇੱਕ ਕਿਤਾਬ ਨਹੀਂ, ਇਹ ਪ੍ਰਗਟ ਹਾਜ਼ਰ ਨਾਜ਼ਰ 10 ਗੁਰੂਆਂ ਦੀ ਜੋਤ ਹੈ। ਸਾਹਿਬ ਸ੍ਰੀ ਗੁਰੂ ਬੋਲਿਆ ਕਰੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਇਹਨਾਂ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ। ਬਾਬਾ ਜੀ ਜਿਵੇਂ ਤਨ ਨੂੰ ਹਾਜ਼ਰ ਕਰ ਲਿਆ, ਸਾਡੇ ਮਨ ਨੂੰ ਵੀ ਤੁਸੀਂ ਫੜ ਸਕਦੇ, ਕਿਰਪਾ ਕਰੋ। ਸਾਡੇ ਸੋਹਣੇ ਸੋਹਣੇ ਲੇਖ ਲਿਖ ਦਿਓ, ਪੜ੍ਹ ਕੇ ਧਾਰਨਾ ਸਮਾਪਤੀ ਕਰੀਏ। ਸਤਿਗੁਰ ਮੇਰੇ ਕਲਮ ਹੱਥ ਤੇਰੇ,
ਸਤਿਗੁਰ ਮੇਰੇ ਕਲਮ ਹੱਥ ਤੇਰੇ, ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ। ਸਤਿਗੁਰ ਮੇਰੇ ਕਲਮ ਹੱਥ ਤੇਰੇ, ਕਲਮ ਹੱਥ ਤੇਰੇ ਸੋਹਣੇ ਸੋਹਣੇ ਲੇਖ ਲਿਖ। ਹਾਂ ਸਤਿਗੁਰ ਕਲਮ ਹੱਥ ਤੇਰੇ, ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ। ਸਤਿਗੁਰ ਮੇਰੇ ਕਲਮ ਹੱਥ ਤੇਰੇ, ਕਲਮ ਕੋਈ ਵੀ ਰਸਨਾ ਵਾਂਝੀ ਨਾ ਰਹੇ, ਸੋਹਣੇ ਸੋਹਣੇ ਲੇਖ ਲੇਖ ਲਿਖਦੇ। ਸਤਿਗੁਰ ਮੇਰੇ ਹੱਥ ਤੇਰੇ ਜੀ ਸੋਹਣੇ ਸੋਹਣੇ। ਸੋਹਣੇ ਲੇਖ ਬੋਲੋ ਸਾਰੇ। ਲਿਖਦੇ। ਸਤਿਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ। ਸਤਿਗੁਰ ਬੋਲੋ ਸਾਰੇ ਭਾਈ ਵੀ। ਕੋਈ ਕਿਸੇ ਦਾ ਕੋਈ ਕਿਸੇ ਦਾ ਕੋਈ, ਮੇਰਾ ਇੱਕ ਤੂੰ ਮਾਲਕਾ। ਕੋਈ ਕਿਸੇ ਦਾ ਕੋਈ, ਕਿਸੇ ਦਾ ਕੋਈ, ਸਾਡਾ ਇੱਕ ਤੂੰ ਮਾਲਕਾ। ਕੋਈ ਕਿਸੇ ਦਾ ਕੋਈ, ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਪ੍ਰੀਤਮਾਨ। ਹੋ ਮੇਰਾ ਇੱਕ ਜੀ ਤੂੰ ਮਾਲਕਾ। ਮੇਰਾ ਇੱਕ ਜੀ ਤੂੰ ਮਾਲਕਾ। ਮੇਰਾ ਇੱਕ ਤੂੰ ਪ੍ਰੀਤਮਾ। ਕੋਈ ਕਿਸੇ ਦਾ ਕੋਈ, ਕਿਸੇ ਦਾ ਕੋਈ, ਹੋ ਮੇਰਾ ਇੱਕ ਤੂੰ ਮਾਲਕਾ। ਕੋਈ ਕਿਸੇ ਦਾ ਕੋਈ, ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਜੀ ਮੇਰਾ ਇੱਕ ਤੂੰ ਮਾਲਕਾ। ਜੀ ਮੇਰਾ ਤੂੰ ਮਾਲਕਾ। ਸੋ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ। ਅਗਲਾ ਸਮਾਂ ਸਰਵਣ ਕਰੋ। ਇਸੇ ਤਰ੍ਹਾਂ ਬੈਠ ਕੇ ਹਾਜ਼ਰੀਆਂ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।